सो अज पूरा दिन असी गलबात की है, चर्चा की है, खुली चर्चा जिस दे विच सियासी लोग भी शामिल होए, जिस दे विच किसान जथेबंदियां भी शामिल होईयां, जिस दे विच एक्सपर्ट्स भी शामिल होए, खेतीबाड़ी मंत्री भी पहुंचे, उन्होंने जिहड़े विभाग ने उन्होंने अदारे दे नाल जुड़े हुए उन्होंने भी वक्-वक् जिहड़े अफसर साहबान ने वो पहुंचे। सो चर्चा का मुद्दा साडा यही सी कि पंजाब दा किसान ते जिहड़ी किसानी है ਉਹਦੇ खुशहाल भविख ते चर्चा की जाए तो यह समझा जाए कि अगे वधन का साडे कोले राह की है। सो अगली चर्चा अगला पैनल मेरे नाल मौजूद है। सब तो पहले तुहाडा तारफ करा दिए हरजीत गरेवाल भारतीय जनता पार्टी तो ने, बड़े सीनियर आगू ने, ते नछत्तर सिंह वैदवान भारतीय किसान यूनियन लखोवाल तो ने। सो दोवां दा अलग अलग पैराडाइम्स ने दोवां दे। जिथे नछत्तर सिंह वैदवान किसान आगू ने, किसान जथेबंदियां दे नाल जुड़े हुए ने, उत्थे हरजीत गरेवाल साहब किसान जथेबंदियां नूं बैश करते हुए दिखाई दिंदे आ अक्सर। सो दिलचस्प चर्चा दोवां दे विचकार होगी। सब तो पहला वैदवान साहब तुहाडे कोलों ही शुरुआत करते हैं। एक बारी फिर फार्म बिल्स ने जिहड़े रिपील हो गए वापस ले गए, तुहाडी पार्टी जां तुहाडी जथेबंदी दूजी बार पॉलिटिक्स दे विच उतरन जा रही है। पहला लखोवाल साहब ने अपनी पार्टी बनाई सी, दूजी बार उतरन जा रही है सारिਆਂ ਦੇ ਨਾਲ मिल के। जो गल्लां हरजीत गरेवाल जां बाकी दे भाजपा आगू जो खदशे जाहिर करते सी भी ये तां सियासत करन नूं फिरदे आ जां ये सियासत करदे आ, ਉਹ ਤੇ ਤੁਸੀਂ ਮੋਹਰ नहीं लाती। रुपरीत जी ਜਿਹੜੇ ਆਪਣਾ ਇਹਨਾਂ ਦੇ ਖਾਦਸ਼ੇ ਸੀ ਲੱਖੋਵਾਲ ਗਰੁੱਪ ਨੇ ਅਜੇ ਤੱਕ ਵੈਸੇ ਉਹਨਾਂ ਦੇ ਨਾਲ ਚੋਣਾਂ ਲੜਨ ਬਾਰੇ ਜਿਹੜਾ ਫੈਸਲਾ ਗਾ ਉਹ ਪਬਲਿਕ ਦਾ ਵਿਊ ਜਾਂਚ ਕੇ 31 ਦਸੰਬਰ ਨੂੰ ਕਰਨਾ ਸਾਡੀ ਮੀਟਿੰਗ ਹੋਣੀ ਹੈ ਲੁਧਿਆਣੇ ਦੇ ਵਿੱਚ। ਪਰ ਫਿਰ ਵੀ ਜੇ ਕਿਤੇ ਨਾ ਕਿਤੇ ਅਸੀਂ ਜੋ ਦੇਖਿਆ ਹੈ ਕਿ ਜਿਹੜੇ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਜਾਂ ਉਹਨਾਂ ਨੇ ਇਸ ਅੰਦੋਲਨ ਨਾਲ ਜੁੜੇ ਔਰ ਉਹਨਾਂ ਨੇ ਦੇਖਿਆ ਕਿ ਸਰਕਾਰ ਕਿਸ ਤਰ੍ਹਾਂ ਆਮ ਵਰਗ ਦੇ ਆਮ ਬੰਦਿਆਂ ਨੂੰ ਲੁੱਟਣ ਜਾ ਰਹੀ ਹੈ ਜਾਂ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ, ਉਹਨਾਂ ਦਾ ਜਿਹੜਾ ਮੁਕਾਬਲਾ ਗਾ ਉਹਦੇ ਵਾਸਤੇ ਪਾਵਰ ਹੋਣੀ ਬੜੀ ਜ਼ਰੂਰੀ ਹੈ। 50 ਸਾਲ ਹੋ ਗਏ ਸਾਨੂੰ 1971 ਤੋਂ ਲੈ ਕੇ ਅੱਜ ਤੱਕ ਸਾਡੀਆਂ ਜਿਹੜੀਆਂ ਚਿੱਠੀਆਂ ਸਾਡੀਆਂ ਡਿਮਾਂਡਾਂ ਹੀ ਰਹਿ ਜਾਂਦੀਆਂ, ਉਹਨਾਂ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਾਨੂੰ ਪਾਣੀ ਦੇ ਸਿਰਫ ਬਿੱਲ ਮਾਫ ਕਰਾਉਣ ਵਾਸਤੇ 22 ਸਾਲ ਇੰਤਜ਼ਾਰ ਕਰਨਾ ਪਿਆ ਸੀ 1974 ਤੋਂ ਲੈ ਕੇ 1996 ਤੱਕ, ਜਦੋਂ पहली बार मैडम रजिंदर कौर भट्ठल जी ने 22 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਮਾਫ ਕੀਤੇ ਸੀ। ਤਰੀਕਾ ਸਹੀ ਹੈ, ਮਤਲਬ ਤੁਹਾਡਾ ਇੱਕ ਪ੍ਰੈਸ਼ਰ ਗਰੁੱਪ ਸੀ, ਤੁਸੀਂ ਉਸ ਪ੍ਰੈਸ਼ਰ ਗਰੁੱਪ ਦੇ ਨਾਲ ਉਹ ਕੇਂਦਰ ਸਰਕਾਰ ਜਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਬਾਰੇ ਹੁਣ ਤੱਕ ਇਹ ਇਮੇਜ ਸੀ ਵੀ ਬਹੁਤ ਫਾਰਮੀਡੇਬਲ ਨੇ, ਜਿਹੜਾ ਫੈਸਲਾ ਲੈ ਲਿਆ ਪਿੱਛੇ ਨਹੀਂ ਹਟਦੇ, ਤੁਸੀਂ ਉਹਨਾਂ ਨੂੰ ਪਿੱਛੇ ਹਟਾ ਲਿਆ, ਤਾਂ ਫਿਰ ਤੁਹਾਨੂੰ ਸਿਆਸਤ ਦੇ ਵਿੱਚ ਆਉਣ ਦੀ ਜਾਂ ਆਪਣੇ ਫੈਸਲੇ ਮਨਵਾਉਣ ਦੇ ਲਈ ਆਹੀ ਰਾਹ ਕਿਉਂ ਸਹੀ ਲੱਗਿਆ ਤੁਹਾਨੂੰ? ਦੂਜੇ ਵਾਲਾ ਨਹੀਂ ਸਹੀ ਲੱਗਦਾ? बेशक उन्होंने रिपील करते ने जी फार्मूलाज, पर ये उन्होंने साड़ी इंसल्ट के नाल कीते ने। 11 महीने असी बैठे उड़ीकते रहे कि सानू बुलाया जाऊगा, सलाह की जाऊगी। उन्होंने पहला भी जदों ये बिल पास किए उदों भी डिक्टेटराना जिहड़ा हैगा प्रबंध दे विच कीता ते रिपील कीते, तां भी उन्होंने एज ए डिक्टेटर रिपील कीते ने। हुंदा तां चंगा ये कि जे उन्होंने माफ़ी मंगी है ਤਾਂ ਉਹ ਸਾਰੀ ਮੀਟਿੰਗ ਬੈਠਦੀ, ਮੀਟਿੰਗ ਦੇ ਵਿੱਚ ਇਕੱਠੇ ਕੋਈ ਐਲਾਨ ਹੁੰਦਾ ਅਤੇ ਇਹਦੇ ਵਿੱਚ ਭਾਈਚਾਰਾ ਜਿਹੜਾ ਉਹ ਕਾਇਮ ਰਹਿੰਦਾ। ਅਤੇ ਦੁਬਾਰਾ ਫੇਰ ਤੋਮਰ ਸਾਹਿਬ ਨੇ ਇੱਕ ਵਾਰੀ ਫੇਰ ਇਹ ਕਿਹਾ ਕਿ ਅਸੀਂ ਦੁਬਾਰਾ ਇਹਨਾਂ ਨੂੰ ਲਿਆਉਂਗੇ, ਕਿਸੇ ਹੋਰ ਢੰਗ ਨਾਲ ਲਿਆਉਂਗੇ, ਕਿਉਂਕਿ ਸਾਨੂੰ ਬਾਰ-ਬਾਰ ਮਜਬੂਰ ਕਰ ਰਹੇ ਨੇ ਕਿ ਅਸੀਂ ਇਹ ਪ੍ਰੈਸ਼ਰ ਗਰੁੱਪ ਤੋਂ ਪਾਵਰ ਗਰੁੱਪ ਦੇ ਵਿੱਚ ਵੀ ਆਈਏ। ਬੇਸ਼ੱਕ ਅਸੀਂ ਆਖਰੀ ਫੈਸਲਾ ਤਾਂ 31 ਤਰੀਕ ਨੂੰ ਕਰਨਾ ਹੈ, ਪਰ ਸਾਡੀ ਹਮਦਰਦੀ ਜਿਹੜੀ ਹੈ ਉਹ ਭਾਵੇਂ ਕਿਸਾਨ ਮੋਰਚਾ ਹੋਵੇ, ਭਾਵੇਂ ਸੰਯੁਕਤ ਕਿਸਾਨ ਮੋਰਚਾ ਹੋਵੇ, ਕਿਸਾਨੀ ਦੇ ਹੱਕ ਲਈ ਜੋ ਵੀ ਚੰਗਾ ਕਰੇਗਾ ਉਹਦੇ ਨਾਲ ਸਾਡਾ ਸਹਿਯੋਗ ਰਹੇਗਾ। ਚਲੋ गरेवाल ਸਾਹਿਬ ਫਾਰਮ ਬਿਲਸ ਲਾਜ਼ ਰਿਪੀਲ ਹੋ ਗਏ, ਹੁਣ ਅੱਗੇ ਦਾ ਕੀ ਰਸਤਾ ਸਾਡੇ ਕੋਲੇ? ਜਾਂ ਜਿਵੇਂ ਕਿਸਾਨ ਜਥੇਬੰਦੀਆਂ ਜਿਸ ਰਾਹ ਤੇ ਨੇ ਉਹ ਸਹੀ ਹੈ ਸਿਆਸਤ ਵਾਲਾ? ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਅੰਦੋਲਨ। ਹੁਣ ਇਹ ਕਹਿੰਦੇ ਆ ਸਾਡੇ ਨਾਲ ਗੱਲ ਨਹੀਂ ਚੱਲਦੀ ਰਹੀ। ਮੈਂ ਇੱਥੇ ਜ਼ਿਕਰ ਕਰਨਾ ਨਹੀਂ ਚਾਹੁੰਦਾ, ਲਗਾਤਾਰ ਗੱਲ ਚੱਲਦੀ ਰਹੀ ਹੈ ਜੀ। ਇਹ ਕਦੇ 5 ਕਿਸਾਨ ਨੇਤਾਵਾਂ ਨਾਲ ਗੱਲ ਚੱਲਦੀ ਸੀ, ਕਦੇ 2 ਨਾਲ ਚੱਲਦੀ ਸੀ, ਕਦੇ ਸਰਕਾਰੀ ਅਧਿਕਾਰੀ ਕਰਦੇ ਸੀ,
ਕਦੇ ਪੋਲੀਟੀਸ਼ੀਅਨ ਵੀ ਕਰਦੇ ਸੀ, ਪਰ ਇਹ ਗੱਲ ਮੰਨ ਕੇ ਦੂਸਰੇ ਦਿਨ ਮਨਾ ਕਰ ਜਾਂਦੇ ਸੀ। ਕੀ ਦਬਾਅ ਸੀ ਪਿੱਛੇ ਮੈਨੂੰ ਨਹੀਂ ਪਤਾ। ਔਰ ਮੋਦੀ ਜੀ ਨੇ ਅਗਰ ਰਿਪੀਲ ਕਰ ਦਿੱਤੇ, ਨਾਲ ਮਾਫੀ ਵੀ ਮੰਗ ਲਈ, ਤਾਂ ਹੁਣ ਕਹਿੰਦੇ ਆ ਕਿ ਸਾਡੇ ਕੋਲ ਆਉਂਦੇ, ਸਾਡੇ ਨਾਲ ਗੱਲ ਕਰਦੇ। ਉਹ ਜਦੋਂ ਤੁਸੀਂ ਗੱਲ ਸੁਣਨ ਨੂੰ ਤਿਆਰ ਨਹੀਂ, ਕੋਈ ਗੱਲ ਮੰਨਣ ਨੂੰ ਤਿਆਰ ਨਹੀਂ, ਤਾਂ ਰਿਪੀਲ ਕਰਤੇ ਤਾਂ ਤੁਹਾਡਾ ਮਕਸਦ ਹੱਲ ਹੋ ਗਿਆ। ਉਹਦੇ 'ਚ ਕੀ ਇਹ ਰਹਿ ਗਿਆ? ਅੱਛਾ, ਚੁਣਾਵ ਲੜਨ ਦੀ ਗੱਲ ਆ, ਇਹ ਲੋਕਤੰਤਰ ਆ, ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ ਸਾਡਾ ਮੁਲਕ। ਕੋਈ ਵੀ ਚੁਣਾਵ ਲੜ ਸਕਦਾ, ਕੋਈ ਵੀ ਪੋਲੀਟੀਕਲ ਪਾਰਟੀ ਬਣਾ ਸਕਦਾ। ਪਰ ਪਹਿਲੀ ਵਾਰ ਮੈਂ ਇੱਥੇ ਦੱਸਣ ਲੱਗਿਆ ਕਿ ਇਸ ਦੇਸ਼ ਦੇ ਅੰਦਰ ਇੰਡਸਟਰੀਲਿਸਟਾਂ ਦੀ ਲੌਬੀ ਸੀ ਬਹੁਤ ਮਜ਼ਬੂਤ। ਉਹ ਵੀ ਆਪਣੇ ਹਿੱਤ ਦੀਆਂ ਗੱਲਾਂ ਕਰਵਾ ਲੈਂਦੇ ਸੀ। ਟ੍ਰੇਡਰਸ ਦੀ ਲੌਬੀ ਸੀ, ਉਹ ਵੀ ਕਰਵਾ ਲੈਂਦੇ ਸੀ। ਔਰ ਮੁਲਾਜ਼ਮ ਸੀ, ਮਜ਼ਦੂਰ ਸੀ, ਸਭ ਵਰਗਾਂ ਦੀਆਂ ਆਪਣਾ ਆਪਣਾ ਪ੍ਰੈਸ਼ਰ ਸੀ ਔਰ ਸੰਗਠਨ ਵੀ ਸੀਗੇ। ਪਰ ਕਿਸਾਨ ਲੌਬੀ ਇਸ ਦੇਸ਼ ਦੇ ਅੰਦਰ ਮਜ਼ਬੂਤ ਨਹੀਂ ਸੀ। ਡਾਕਟਰ ਦਵਿੰਦਰ ਸ਼ਰਮਾ ਜੀ ਬੈਠੇ ਆ, ਅਸੀਂ WTO ਦੇ ਲਈ ਇਹਨਾਂ ਦੇ ਨਾਲ ਸੰਘਰਸ਼ ਕਰਦੇ ਰਹੇ ਹਾਂ। ਹੋਰ ਵੀ ਬਹੁਤ ਜਗ੍ਹਾ ਜਾਂਦੇ ਸੀ, ਤਾਂ ਬਹੁਤ ਪੁਰਾਣੇ ਨੇ ਔਰ ਵਿਦਵਾਨ ਨੇ ਜੀ। ਐਸੀ ਗੱਲ ਨਹੀਂ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਜਾਇਜ਼ ਮੰਨਦੇ ਸੀ, ਠੀਕ ਮੰਨਦੇ ਸੀ। ਭਾਰਤੀ ਜਨਤਾ ਪਾਰਟੀ 'ਚ ਮੈਨੂੰ ਤਾਂ ਅੱਜ 32 ਸਾਲ ਹੋ ਗਏ, ਤੇ ਜੇ ਉਸ ਵੇਲੇ ਅਸੀਂ ਉਹਦਾ ਵਿਰੋਧ ਨਾ ਕਰਦੇ ਹੁੰਦੇ, ਅਸੀਂ ਬੁਰਾ ਨਾ ਮੰਨਦੇ ਹੁੰਦੇ, ਤਾਂ ਵਿਰੋਧ ਕਰਨ ਸੜਕ ਤੇ ਬੈਠਣ ਕਿਉਂ ਜਾਂਦੇ? ਪਰ ਅੱਜ ਕਿਸਾਨਾਂ ਦੀ ਇੱਕ ਮਜ਼ਬੂਤ ਲੌਬੀ ਬਣੀ। ਇਸ ਮੁਲਕ ਦੇ ਪ੍ਰਧਾਨ ਮੰਤਰੀ ਵੀ ਕਿਸਾਨ ਰਹੇ ਨੇ, ਨੇਤਾ ਰਹੇ ਆ। ਚੌਧਰੀ ਚਰਨ ਸਿੰਘ ਜੀ ਬਹੁਤ ਸਤਿਕਾਰਯੋਗ ਸੀ। ਚੌਧਰੀ ਦੇਵੀ ਲਾਲ ਜੀ ਡਿਪਟੀ ਪ੍ਰਾਈਮ ਮਿਨਿਸਟਰ ਰਹੇ, ਪਰ ਉਸ ਦੇ ਬਾਵਜੂਦ ਵੀ ਕਿਸਾਨ ਲੌਬੀ ਨਹੀਂ ਬਣੀ। ਇਹ ਪਹਿਲੀ ਵਾਰ ਬਣੀ ਔਰ ਕਾਨੂੰਨ ਵੀ ਵਾਪਸ ਹੋ ਗਏ। ਹੋਰ ਵੀ ਗੱਲਾਂ ਇਹਨਾਂ ਦੀਆਂ ਸਾਰੀਆਂ ਮੰਨ ਲਈਆਂ। ਪਰ ਮੈਂ ਸਮਝਦਾ ਕਿ ਆ ਜਿਹੜਾ ਹੁਣ ਕੰਮ ਕਰਨ ਲੱਗੇ ਆ ਨਾ, ਇਹਦੇ ਨਾਲ ਜਾਂ ਤਾਂ ਆਪਸੀ ਸਹਿਮਤੀ ਨਾਲ ਕਰਦੇ ਸਾਰਾ ਕੁਝ। ਹੁਣ ਜਿਹੜਾ ਆਪਸ 'ਚ ਸ਼ਰੇਆਮ ਸਵਾਲ ਇਹ ਹੈ ਗਰੇਵਾਲ ਸਾਹਿਬ, ਕੀ ਇਹਦੇ ਹੁਣ ਜਦੋਂ ਅਸੀਂ ਇਸ ਪੁਆਇੰਟ ਤੇ ਖੜੇ ਸੋਚਦੇ ਹਾਂ ਕਿ ਕਾਨੂੰਨ ਵਾਪਸ ਹੋ ਗਏ, ਪਰ ਸਾਡੇ ਸਾਹਮਣੇ ਖੇਤੀ ਦਾ ਸੰਕਟ ਉਵੇਂ ਹੀ ਮੂੰਹ ਅੱਡੀ ਖੜਾ ਹੈ। ਪੰਜਾਬ ਦੇ ਸਾਹਮਣੇ, ਪੰਜਾਬ ਕੀ ਪੂਰੇ ਭਾਰਤ ਦੇ ਸਾਹਮਣੇ ਖੇਤੀ ਦਾ ਸੰਕਟ ਖੜਾ ਹੈ। ਉਹਦੇ ਤੇ ਕੋਈ ਚਰਚਾ ਨਹੀਂ ਹੋ ਰਹੀ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੂਜੀ ਦਿਸ਼ਾ ਦੇ ਵਿੱਚ ਤੁਰ ਪਈਆਂ। ਤਾਂ ਕੀ ਇਹ ਠੀਕ ਰਹੂਗਾ ਕਿ ਬਾਕੀ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦਰਕਿਨਾਰ ਕਰਕੇ ਉਹਨਾਂ ਤੇ ਕੋਈ ਚਰਚਾ ਕੀਤੇ ਬਿਨਾਂ ਅਸੀਂ ਵੋਟਾਂ ਬਟੋਰਨ ਦੇ ਵੱਲ ਤੁਰੀਏ? ਹੁਣ ਇਹ ਮੈਂ ਤਦ ਹੀ ਕਹਿਣਾ, ਇਹ ਸਿਆਸਤ ਤੋਂ ਪ੍ਰੇਰਿਤ ਸੀ। ਤੇ ਜੇ ਖੇਤੀ ਦੇ ਲਈ ਕੋਈ ਚਿੰਤਾ ਕੀਤੀ ਹੁੰਦੀ, ਉਹਦੇ ਲਈ ਬੈਠੇ ਹੁੰਦੇ, ਉਹ ਖੇਤੀ ਦੇ ਬਾਰੇ ਤਾਂ ਮੈਂ ਕਿਸਾਨ ਹੋ ਸਕਦਾ, ਠੀਕ ਹੈ, ਹੈਗਾ। ਪਰ ਇਹ ਨਹੀਂ ਕਿ ਮੈਂ ਖੇਤੀ ਦੇ ਬਾਰੇ ਬਹੁਤ ਵਿਦਵਾਨ ਹਾਂ। ਇਹ ਵੀ ਕਿਸਾਨ ਹੋ ਸਕਦੇ ਆ, ਕਿਸਾਨ ਨੇਤਾ ਵੀ ਹੋ ਸਕਦੇ ਆ, ਸੰਗਠਨ ਵੀ ਖੜਾ ਕਰ ਸਕਦੇ ਆ। ਪਰ ਖੇਤੀ ਦੇ ਬਾਰੇ ਜਾਣਕਾਰੀ ਜਿਹੜੇ ਉਸ ਵਿਸ਼ੇ ਦੇ ਵਿਦਵਾਨ ਨੇ, ਉਹਨਾਂ ਨਾਲ ਬੈਠਾਂਗੇ, ਉਹਨਾਂ ਨਾਲ ਚਰਚਾ ਕਰਾਂਗੇ, ਉਹ ਸਾਨੂੰ ਇੱਕ ਸੇਧ ਦੇਣਗੇ, ਫਿਰ ਅਸੀਂ ਵੀ ਆਪਣਾ ਦਿਮਾਗ ਲਗਾਵਾਂਗੇ, ਤਦ ਜਾ ਕੇ ਉਹ ਗੱਲ ਬਣਦੀ ਹੈ। ਨਹੀਂ ਤਾਂ ਗਲਤ ਦਿਸ਼ਾ ਪਕੜ ਲਾਂਗੇ ਅਸੀਂ। ਔਰ ਮੈਂ ਸਮਝਦਾ ਕਿ ਨਰਿੰਦਰ ਮੋਦੀ ਜੀ ਹਮੇਸ਼ਾ ਖੇਤੀ ਦੇ ਬਾਰੇ, ਕਿਉਂਕਿ ਖੇਤੀ ਤਾਂ ਜੇ ਅੱਜ ਕਿਸਾਨ ਦੀ ਜੇਬ 'ਚ ਪੈਸਾ ਨਾ ਹੋਵੇ, ਮਜ਼ਦੂਰ ਦੀ ਜੇਬ 'ਚ ਪੈਸਾ ਨਾ ਹੋਵੇ, ਸਭ ਤੋਂ ਬੜਾ ਕੰਜ਼ਿਊਮਰ ਆ ਇਹ। ਔਰ ਦੁਕਾਨਦਾਰ ਦੀ ਦੁਕਾਨ ਵੀ ਨਹੀਂ ਚੱਲਣੀ, ਕਾਰਖਾਨੇਦਾਰ ਦਾ ਕਾਰਖਾਨਾ ਨਹੀਂ ਚੱਲਣਾ ਜਦੋਂ ਦੁਕਾਨਦਾਰ ਦਾ ਮਾਲ ਨਹੀਂ ਵਿਕੇਗਾ। ਤਾਂ ਇਸ ਕਰਕੇ ਕਿਸਾਨ ਤੇ ਔਰ ਮਜ਼ਦੂਰ ਤੇ ਆਧਾਰਿਤ ਆ ਸਾਡਾ ਸਾਰੀ ਇਕਨੋਮੀ ਜਿਹੜੀ ਹੈ। ਇਹ ਗੱਲ ਸਮਝ ਆ ਗਈ, ਪਰ ਥੋੜੀ ਜਿਹੀ ਲੇਟ ਆਈ ਤੁਹਾਨੂੰ? ਨਹੀਂ, ਇਹ ਸਮਝ ਪਹਿਲਾਂ ਤੋਂ ਹੀ ਆਈ ਹੋਈ ਆ। ਸਾਨੂੰ ਬੋਲਦਿਆਂ ਨੂੰ 30 ਸਾਲ ਹੋ ਗਏ ਇਹ। ਪਰ ਔਰ ਉਹਦੇ ਲਈ ਜਿਹੜਾ ਇਹ ਬੋਲ ਰਹੇ ਸੀਗੇ ਪਿਛਲਾ 1 ਸਾਲ, ਇਹਨਾਂ ਨੇ ਉਹ ਬੋਲਿਆ ਕਿ ਤੁਸੀਂ ਕਾਰਪੋਰੇਟ ਦੇ ਹੱਥ 'ਚ ਦੇ ਰਹੇ ਹੋ। ਨਛੱਤਰ ਬੈਦਵਾਨ ਜੀ, ਮੈਂ ਤੁਹਾਡੇ ਤੋਂ ਲੈਣਾ ਇਹ ਸਵਾਲ ਕਿ ਪਿਛਲੇ 1 ਸਾਲ ਤੋਂ ਤੁਸੀਂ ਇਹ ਲੜਾਈ ਲੜੀ ਕਿ ਕਾਰਪੋਰੇਟ ਦੇ ਹੱਥ 'ਚ ਦੇ ਰਹੇ ਹੈਗੇ ਔਰ ਭਾਰਤੀ ਜਨਤਾ ਪਾਰਟੀ ਸੁਣ ਨਹੀਂ ਰਹੀਗੀ। ਤਾਂ ਜਿਹੜੀ ਗੱਲ ਹੁਣ ਹਰਜੀਤ ਗਰੇਵਾਲ ਕਹਿ ਰਹੇ ਹੈ ਕਿ ਕਿਸਾਨ ਹੈ ਜਿਹੜਾ ਉਹੀ ਮੁੱਢਲੀ ਇਕਾਈ ਹੈ, ਤਾਂ ਮੁੱਢਲੀ ਇਕਾਈ ਫਿਰ ਮੰਨਿਆ ਕਿਉਂ ਨਹੀਂ 1 ਸਾਲ? ਗੱਲ ਇਹ ਹੈ ਜੀ ਕਿ ਜਦ ਵੀ ਕਿਸੇ ਹਾਕਮ ਨੂੰ ਆਪਣੇ ਤੇ ਬੜਾ ਮਾਣ ਜਾਂ ਬੜਾ ਜ਼ੋਰ ਹੁੰਦਾ, ਤਾਂ ਫਿਰ ਉਹ ਨਵੀਆਂ ਜਿਹੜੀਆਂ ਇਸ ਤਰ੍ਹਾਂ ਦੀ ਜਥੇਬੰਦੀਆਂ ਉਗਦੀਆਂ ਨੇ। ਜਿਸ ਵੇਲੇ ਇੰਦਰਾ ਗਾਂਧੀ ਜੀ ਨੇ ਐਮਰਜੈਂਸੀ ਲਾ ਕੇ ਧੱਕੇਸ਼ਾਹੀ ਕਰੀ ਲੋਕਾਂ ਦੀ, ਉਦੋਂ ਉਹਨਾਂ ਨੂੰ ਇੱਕ ਆਸ ਬੱਝੀ ਵੀ ਕੋਈ ਆਵੇ, ਕੋਈ ਸਾਡਾ ਸਹਾਰਾ ਬਣੇ। ਤੇ ਇਹੀ ਜਨਸੰਘ ਪਾਰਟੀ ਦੀ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਬਦੀਲ ਹੋਈ। ਜਦੋਂ ਕਾਂਗਰਸ ਦੇ ਨਾਲ ਉਹਨਾਂ ਨੇ ਵਿਰੋਧ ਕੀਤਾ ਜਾਂ ਇੱਕ ਧਿਰ ਬਣ ਕੇ ਖੜੇ, ਉਹਨਾਂ 'ਚ ਪਾਵਰ ਆ ਗਈ। ਅੱਜ ਫੇਰ ਇੱਕ ਵਾਰੀ ਸਾਰੇ ਮੁਲਕ ਦੇ ਨਾਲ ਧੱਕੇਸ਼ਾਹੀ ਹੋਈ ਤੇ ਸਾਰੇ ਵਰਗੇ ਜਾਣਦੇ ਹੈ ਕਿ ਇਸ ਧੱਕੇਸ਼ਾਹੀ ਦੇ ਲਈ ਕੋਈ ਤਾਂ ਚਟਾਨ ਬਣ ਕੇ ਖੜੇ, ਕੋਈ ਤਾਂ ਉਹਨਾਂ ਦੀ ਬਾਂਹ ਫੜਨ ਵਾਲਾ ਹੋਵੇ। ਤੇ ਅਸੀਂ ਇਸ ਲਈ ਪਬਲਿਕ ਦੀ ਆਵਾਜ਼ ਨੂੰ ਦੇਖਦੇ ਹੋਏ ਕਿ ਜੇ ਜ਼ੁਲਮ ਅੱਗੇ ਵੀ ਜਾਰੀ ਰਹਿੰਦਾ ਤਾਂ ਕੋਈ ਨਾ ਕੋਈ ਬਰਾਬਰ ਦੀ ਪਾਵਰਫੁਲ ਧਿਰ ਜ਼ਰੂਰ ਹੋਣੀ ਚਾਹੀਦੀ ਹੈ। ਸੋ ਇਸ ਸੋਚ ਨੇ ਇਹ ਨਵੇਂ ਸਮਾਜ ਸੰਯੁਕਤ ਮੋਰਚੇ ਨੂੰ ਜਨਮ ਦਿੱਤਾ ਹੈ।
ਪਰ ਇਹਦੇ ਨਾਲ ਗਰੇਵਾਲ ਸਾਹਿਬ ਮੈਂ ਆਖਰੀ ਸਵਾਲ ਲੈਣਾ ਕਿਉਂਕਿ ਲਾਈਟ ਬਹੁਤ ਘੱਟ ਹੋ ਗਈ ਔਰ ਕੈਮਰੇ ਨੂੰ ਵੀ ਇਸ ਵਕਤ ਪਰੇਸ਼ਾਨੀ ਆ ਰਹੀ ਹੈਗੀ ਤੁਹਾਨੂੰ ਕੈਪਚਰ ਕਰਨ ਦੇ ਵਿੱਚ। ਸਵਾਲ ਇਹ ਹੈ ਕਿ ਜਿਵੇਂ ਕਹਿ ਰਹੇ ਵੈਦਵਾਨ ਸਾਹਿਬ ਕਿ ਪ੍ਰੈਸ਼ਰ ਗਰੁੱਪ ਦੀ ਲੋੜ ਹੈ, ਕੀ ਪੋਲਿਟਿਕਸ ਦੇ ਵਿੱਚ ਆਉਣਾ ਹੀ ਪ੍ਰੈਸ਼ਰ ਗਰੁੱਪ ਪੋਲਿਟਿਕਸ ਦੇ ਵਿੱਚ ਆਉਣਾ ਹੀ ਹੁਣ ਰਾਹ ਰਹਿ ਗਿਆ? ਜੇ ਇਹਨਾਂ ਨੇ ਆਪਣੀ ਗੱਲ ਪੋਲਿਟਿਕਸ ਤੋਂ ਬਾਹਰ ਰਹਿ ਕੇ ਮਨਾ ਲਈ ਸੀ ਤਾਂ ਕੀ ਹੁਣ ਲੋੜ ਨਹੀਂ ਰਹੀ ਜਾਂ ਯਕੀਨ ਨਹੀਂ ਰਿਹਾ ਕਿ ਅਸੀਂ ਅੱਗੇ ਵੀ ਇਹ ਗੱਲ ਮਨਵਾ ਲਾਂਗੇ ਇਸ ਤਰ੍ਹਾਂ ਦਾ ਜੇ ਕੁਝ ਹੁੰਦਾ ਤਾਂ? ਦੇਖੋ ਪ੍ਰੈਸ਼ਰ ਗਰੁੱਪ ਤਾਂ ਬਣ ਗਿਆ ਸੀ, ਪਰ ਉਸ ਨੂੰ ਖੇਰੂ ਇਹ ਖੁਦ ਕਰ ਰਹੀਆਂ ਕਿਸਾਨ ਜਥੇਬੰਦੀਆਂ ਆਪਣੇ ਸਿਆਸੀ ਹਿੱਤ ਪੂਰੇ ਕਰਨ ਦੇ ਲਈ। ਤੇ ਉਹਦੇ 'ਚ ਇਹਨਾਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਕਿਸਾਨ ਦਾ ਕਿੰਨਾ ਬੜਾ ਨੁਕਸਾਨ ਕਰਨ ਜਾ ਰਹੇ ਆ। ਔਰ ਜੇ ਸਮਝਦਾਰੀ ਨਾਲ ਇਹ ਆਪਣੀਆਂ ਗੱਲਾਂ ਹੋਰ ਵੀ ਮਨਵਾ ਲੈਂਦੇ, ਇਹਨਾਂ ਦੀਆਂ ਮੰਨੀਆਂ ਜਾਣੀਆਂ ਸੀ। ਪਰ ਜਿਹੜਾ ਅੱਜ ਇਲੈਕਸ਼ਨਾਂ 'ਚ ਮੈਂ ਕਹਿੰਦਾ ਕਿ ਚੁਣਾਵ ਲੜੋ, ਮਗਰ ਕਿਸਾਨ ਦਾ ਮੋਢਾ ਲੱਭ ਕੇ ਨਾ ਲੜੋ। ਅੱਛਾ, ਮੈਂ ਆਖਰੀ ਸਵਾਲ ਗਰੇਵਾਲ ਸਾਹਿਬ ਇੱਥੇ ਖਤਮ ਕਰਦੇ ਹਾਂ ਕਿ ਜਿਵੇਂ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆਇਆ ਪਿੱਛੇ, ਕਿ ਇਹ ਬਿੱਲ ਦੁਬਾਰਾ ਵੀ ਸਰਕਾਰ ਸੋਚ ਸਕਦੀ ਹੈ ਕਿ ਲਿਆਂਦੇ ਜਾ ਸਕਦੇ? ਇਹ ਤਾਂ ਜੀ ਮੀਡੀਆ ਦੀ ਦੇਣ ਆ। ਕਦੇ ਤਾਂ ਮੀਡੀਆ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦਾ, ਕਦੇ ਮੀਡੀਆ ਇਹ ਬਿੱਲ ਦੁਬਾਰਾ ਲਿਆ ਆਉਂਦਾ, ਤੇ ਉਹ ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਉਸ ਤਰ੍ਹਾਂ ਦੀਆਂ ਚਲਾਉਂਦੇ ਨੇ। ਐਸੀ ਕੋਈ ਗੱਲ ਨਹੀਂ ਹੈ। ਤੇ ਫਿਰ ਵਾਪਸ ਕਿਉਂ ਲੈਣੇ ਸੀ ਜੇ ਅਸੀਂ ਦੁਬਾਰਾ ਲੈ ਕੇ ਆਉਣੇ ਸੀ? ਚਲੋ ਵੈਦਵਾਨ ਸਾਹਿਬ ਲਾਸਟ ਕਮੈਂਟ ਫਿਰ। ਇਹ ਜਿਵੇਂ ਜੀਰੀ ਦੇ ਵਿੱਚ ਸਾਨੂੰ ਕਹੀ ਗਿਆ 11 ਤਰੀਕ ਕਰੀ ਗਈ, ਜਿਵੇਂ ਯੂਰੀਏ ਦਾ ਸੰਕਟ ਪੈਦਾ ਕੀਤਾ ਗਿਆ, ਜਿਵੇਂ DAP ਦਾ ਸੰਕਟ ਪੈਦਾ ਗਿਆ, ਜਿਵੇਂ ਅੱਜ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਾਵੇਂ ED ਕਰਕੇ ਹੋਵੇ ਜਾਂ ਕੋਈ ਹੋਰ ਸਾਧਨ ਵਰਤ ਕੇ ਹੋਵੇ, ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ, ਉਹਨਾਂ ਨੂੰ ਆਪਣੇ ਰਸਤਿਆਂ ਤੋਂ ਭਟਕਾਇਆ ਜਾ ਰਿਹਾ। ਜੋ ਅਮਰਿੰਦਰ ਸਿੰਘ ਜੀ ਨੇ ਅੰਦਰ ਖਾਤੇ ਹੋਈ, ਅੱਜ ਪੰਜਾਬ ਦੇ ਲੋਕ ਉਸ ਚੁਰਾਹੇ ਤੇ ਖੜ ਗਏ ਜਿੱਥੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ। ਜੇ ਅਸੀਂ ਇਸ ਐਡੇ ਵੱਡੇ ਸੰਕਟ ਤੋਂ ਦੇਸ਼ ਨੂੰ ਬਚਾਇਆ, ਸਾਰੇ ਮੁਲਕ ਨੂੰ ਇਕੱਠਾ ਕੀਤਾ, ਮੁਲਕ ਨੂੰ ਨਹੀਂ ਇਕੱਠਾ ਕਰਿਆ, ਵਰਲਡ ਲੈਵਲ ਤੱਕ ਦੱਸਦਾ ਕਿ ਕਾਰਪੋਰੇਟ ਨੇ ਕਿਸ ਤਰ੍ਹਾਂ ਜਿਹੜੀ ਕਿਸਾਨੀ ਹੈ ਉਹਦਾ ਘਾਣ ਕੀਤਾ, ਤਾਂ ਉਹਦੇ ਲਈ ਅਸੀਂ ਨਵੇਂ ਰਾਹ ਦੱਸਣ ਵਾਸਤੇ, ਨਵੀਆਂ ਲੀਹਾਂ ਪਾਉਣ ਵਾਸਤੇ ਅਸੀਂ ਇਹ ਕੰਮ ਕੀਤਾ। ਦੱਸਣਾ ਔਰ ਨਵਾਂ ਰਾਹ ਹੈ ਜਿਹੜਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਉਹ ਹੈ ਇਲੈਕਸ਼ਨ ਲੜਨਾ। ਤੇ ਹੁਣ ਜਿਹੜਾ ਪੰਜਾਬ ਵਿਧਾਨ ਸਭਾ ਚੋਣਾਂ ਆਉਣਗੀਆਂ ਉਹਦੇ ਵਿੱਚ ਬੇਸ਼ੱਕ ਇਕੱਲੇ ਲੜਿਆ ਜਾਵੇ ਜਾਂ ਕਿਸੇ ਪਾਰਟੀ ਦੇ ਨਾਲ ਜਾਇਆ ਜਾਵੇ, ਬਾਅਦ ਦੀ ਗੱਲ, ਪਰ ਵੋਟਾਂ ਦੀ ਰਾਜਨੀਤੀ 'ਚ ਉਤਰਿਆ ਜਾਵੇ ਤੇ ਫਿਰ ਪਾਲਿਸੀਆਂ ਆਪਣੇ ਹਿਸਾਬ ਦੇ ਨਾਲ ਬਣਾਈਆਂ ਜਾਣ। ਇਹ ਹੈ ਨਜ਼ਰੀਆ ਇਹਨਾਂ ਦਾ। ਬਹੁਤ ਸ਼ੁਕਰੀਆ ਤੁਹਾਡਾ ਦੋਵਾਂ ਦਾ ਜੁੜਨ ਦੇ ਲਈ।